साढ़े कोल 30% कन्विक्स है ते वही 7,500-8,000 के आसपास कन्विक्स होते हैं। साडा जिहड़ा जेल फैक्ट्रीज ओवर द इयर्स एक्टिवेट नहीं हो पाया ड्यू टू प्रोसीजरल इश्यूज, ऑर्गेनाइजेशनल इश्यूज। तेलंगाना ने एक अच्छा एक्सपेरिमेंट किया सी प्रिजन डेवलपमेंट बोर्ड का, और सिर्फ फिगर के तौर पे उस तो बाद थोड़े सवाल अगर कुछ होंगे तो सर देंगे, बट मंत्री जी ने उस तो पहले रिक्वेस्ट करांगा कि जेडे की अचीवमेंट्स ने ਉਹਦੇ ਬਾਰੇ ਗੱਲ ਕਰਨੀ ਹੈ। ਤੇ पंजाब ਦਾ ਜਿਹੜਾ फैक्ट्रीज ਦਾ टर्नओवर है इट इज अराउंड बिटवीन 1 to 1.5 करोड़। बस नहीं ਤੁਸੀਂ ਸੁਣ ਕੇ ਹੈਰਾਨ ਹੋਵੋਗੇ कि तेलंगाना प्रेजेंस ਜਿਹੜਾ कि 1/4 साइज है पंजाब ਦਾ, ਕਿਸੇ ਨੇ ਕੋਈ ਗੈਸ ਕਰੋ ਕਿੰਨਾ ਹੋਏਗਾ? ਕੋਈ ਫਿਗਰ ਦੱਸੋ। पंजाब ਦਾ 1.5 करोड़ मान लो, 1.25 करोड़ तो 1.5 करोड़, तेलंगाना का कितना होना चाहिए? पुलिस के सामने गैस के में करिए, तुम तो बना ही कोई नहीं। it is इस साल का टर्नओवर टू द ट्यून ऑफ अराउंड 600 करोड़ है, ਜਿਹਦੇ ਵਿੱਚ 550 करोड़ टर्नओवर है पेट्रोल पंप्स का, 50 करोड़ है फैक्ट्रीज का ਜਿਹੜੇ जेल के अंदर चल रहे हैं। ठीक है, सो इन चीज़ों को एक्टिवेट करने की ਆਪਾਂ ਵੀ बहुत यत्न कर रहे हैं। दैट इज वी आर टेकिंग एज तेलंगाना ਦੇ मॉडल ਨੂੰ ਲਾਉਣ ਲਈ ਉਹਦੇ ਬਾਰੇ ਮੰਤਰੀ ਜੀ आगे देखना। जिस वे मैं टेक ओवर किया जेल डिपार्टमेंट, तो वाकई तुम सारे मैं लोगों कोऑपरेटिव जो सब तो बेस्ट डिपार्टमेंट है वो वाल घट तो जेल मंत्री करके मैं ज़्यादा जानते हैं। मेरा सीगा कि ਜਿਹੜੇ जेल ਦੇ ਵਿੱਚ ਨੇ ਉਹ ਕ੍ਰਿਮੀਨਲ ਨਾ ਬਣ ਕੇ ਨਿਕਲ, ਜਿਵੇਂ ਇਹਨਾਂ ਦੇ ਉਸ ਵੇਲੇ ਤੋਂ ਅਸੀਂ ਵੀਪੀ ਸਿੰਘ ਉਹਨਾਂ ਨਾਲ ਇਨ ਟੱਚ ਹੋ ਗਿਆ। ਮੈਂ ਇਹਨਾਂ ਨੇ ਕਿਹਾ ਕਿ ਸਾਡੀ ਜੇਲ੍ਹ ਆ ਕੇ ਦੇਖੋ, ਤੇ ਨਾਲ ਹੀ ਇਹਨਾਂ ਨੇ ਮੈਂ ਕਿਹਾ ਕਿ ਸੀਐਮ ਸਾਹਿਬ ਨੂੰ ਦਿਖਾਈਏ, ਕਿਉਂਕਿ ਉਹਨਾਂ ਸਾਰਿਆਂ ਨੇ ਉਹਨੂੰ ਕਰਨਾ। ਤੇ ਜਿਸ ਵੇਲੇ ਉਹਨਾਂ ਪ੍ਰੈਜੈਂਟੇਸ਼ਨ ਦਿੱਤੀ, ਉਹਨਾਂ ਨੇ ਇਮੀਡੀਏਟਲੀ ਅਪਰੂਵ ਕਰ ਦਿੱਤਾ ਕਿ ਇਹਨਾਂ ਨੂੰ ਇੰਪਲੀਮੈਂਟ ਕਰ ਦਿਓ। वो सारी चीज़ा असी जेल बोर्ड कैबिनेट ने भी अप्रूव कर दिता, जेल बोर्ड साडा बन गया, उहदे च मैंबर्स भी बन गए ने। 2 असी एक्ट पास हो गया, रूल साडे फ्रेम हो गए, सारा कुछ साडा बन गया। उहदे 2 मैंबर असी नॉन ऑफिशियल 2 मैंबर ले ने। एक तो सबद भला ट्रस्ट वाले SPS सुबराई, क्योंकि उन्हें पहला जेलों के काफ़ी कुछ सानू प्रोवाइड करवाया सी। ते नाल दूसरे मोनिका धवन ने दिल्ली तो डायरैक्टर इंडिया विजन फाउंडेशन उन्होंने असी लिया। ये साढ़े 2 असी एडवाइज़र लए ने, एक VP सिंह जी, एक धीरज शर्मा, VK सिंह और धीरज शर्मा। ये 2 असी ये एडवाइज़र जोड़े लेने के जोड़े सानू एडवाइज़ करनगे। जेलां जिहड़ियां ने जे कोविड च आपां गल कर लईए, ਉਹਦੇ ਵਿੱਚ ਸਾਡੇ ਕੋਲ ਜਿਹੜੀਆਂ ਨੇ 6 ਜੇਲ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਬਣਾਇਆ। 7 ਜੇਲ੍ਹਾਂ ਨੂੰ ਨਵੇਂ ਜਿਹੜੇ ਆਉਂਦੇ ਸੀਗੇ ਪੇਸ਼ੈਂਟ, ਨਵੇਂ ਕੈਦੀ ਆਉਂਦੇ ਸੀ, ਉਹਨਾਂ ਨੂੰ ਪਹਿਲਾਂ ਉੱਥੇ 14 ਦਿਨ ਲਈ ਕੁਆਰੰਟਾਈਨ ਕੀਤਾ ਜਾਂਦਾ ਸੀ। ਉਹਦੇ ਬਾਅਦ ਉਹਨਾਂ ਨੂੰ ਦੂਸਰੇ ਸੈੱਲ ਜਾਂ ਜੇਲ੍ਹ ਦੇ ਵਿੱਚ ਭੇਜਣ ਤੋਂ ਪਹਿਲਾਂ ਵੀ ਉਹਨਾਂ ਨੂੰ ਫਿਰ 14 ਦਿਨ ਕੁਆਰੰਟਾਈਨ ਕੀਤਾ ਜਾਂਦਾ ਸੀ, ਸੈਪਰੇਟ ਕੀਤਾ ਸੀ, ਆਈਸੋਲੇਸ਼ਨ 'ਚ ਰੱਖਿਆ ਜਾਂਦਾ ਸੀ। 13 जेल खाली कराए गए, 13 जेल खाली कराए गए और उन्हां च ला के फिर ਆਪਾਂ शिफ्ट किए गए। तो ਉਹਦੇ 'ਚ मेरे ख्याल 7 ਤੋਂ 8,000 ਇਹਨਾਂ ਪੇਸ਼ੈਂਟ ਇਹਨਾਂ ਛੱਡੇ ਜੀ ਕੈਦੀ ਆਪਾਂ। 7,000 ਅਸੀਂ ਜਿਹੜੇ ਉਹਨਾਂ ਨੂੰ ਪੈਰੋਲ ਤੇ ਭੇਜਿਆ ਤਾਂ ਕਿ ਉੱਥੇ ਜਾ ਸਕਣ। ਇਸੇ ਤਰ੍ਹਾਂ ਇੰਟਰਿਮ ਬੇਲ ਮਿਲਾ ਕੇ 4 ਜ਼ਿਲ੍ਹਿਆਂ ਦੇ ਵਿੱਚ ਸਾਡੇ ਕੋਲ CRPF ਆ। ਨਵੀਆਂ ਜਿਹੜੇ 14 ਦਿਨ ਉੱਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ। ਤੇ ਸਭ ਤੋਂ ਵੱਡੀ ਚੀਜ਼ ਹੈ ਕਿ ਅਸੀਂ ਮਾਸਕ, ਸੈਨੀਟਾਈਜ਼ਰ, PPE ਕਿੱਟਾਂ ਸਾਰੀਆਂ ਜ਼ਿਲ੍ਹਿਆਂ ਜਿੰਨੀ ਚਾਹੀਦੀ ਸੀ ਉਹ ਅਸੀਂ ਪ੍ਰੋਵਾਈਡ ਕਰਾ ਦਿੱਤੀ। ਤੇ ਜਿਹੜੀ ਫਿਜ਼ੀਕਲ ਮੁਲਾਕਾਤ ਸੀ ਉਹ ਬੰਦ ਕਰ ਦਿੱਤੀ। ਉਹ ਸਿਰਫ ਹੁਣ ਉਹਨਾਂ ਨੂੰ WhatsApp ਤੇ ਵੀ ਕਰ ਸਕਦੇ ਨੇ। ਉਹ ਸਾਡਾ ਅੰਦਰੋਂ ਜੇਲ੍ਹ ਡਿਪਾਰਟਮੈਂਟ ਉਹਨਾਂ ਦੀ ਪਰਿਵਾਰ ਦੇ ਨਾਲ ਗੱਲ ਕਰਾਉਂਦਾ ਤੇ ਉਹਨਾਂ ਨੂੰ ਔਨਲਾਈਨ ਜਿਹੜਾ E-POS ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਦੀ ਵੀ ਉਹ ਕਰਵਾ ਦਿੱਤੀ ਹੈ।
38,000 ਤੋਂ ਵੱਧ ਕੈਦੀਆਂ ਨੂੰ 100% ਉਹਨਾਂ ਦੀ ਕੀਤੀ ਜਾਂਦੀ ਆ ਤੇ ਟੈਸਟਿੰਗ ਕੀਤੀ ਜਾਂਦੀ ਹੈ ਤੇ ਉਹਦੇ ਵਿੱਚੋਂ 38,000 ਕੈਦੀਆਂ ਚੋਂ ਜਿਹੜੀ ਟੈਸਟਿੰਗ ਕੀਤੀ ਉਹਦੇ 'ਚ 2,000 ਜਿਹੜਾ ਕੈਦੀ ਸੀ ਉਹ ਪੋਜ਼ਿਟਿਵ ਪਾਇਆ ਗਿਆ। 13 ਜੇਲ੍ਹਾਂ ਵਿੱਚ ਅਸੀਂ ਜਿਹੜੇ ਹਾਈ ਸਿਕਿਉਰਿਟੀ 2000 से पिछले 8 महीने 8 ਮਹੀਨਿਆਂ 'ਚ ਜਿਹੜੀ 8 ਮਹੀਨਿਆਂ 'ਚ 38,000 ਦੇ ਵਿੱਚੋਂ 2,000 ਕਦੀ ਕਿਸੇ ਮਹੀਨੇ ਕੋਈ ਜਾਂ ਦਿਨ 'ਚ ਕਦੀ 4 ਆ ਗਏ ਕਦੀ 5 ਆ ਗਏ, ਇਹਨੇ ਕੋਈ ਇਹਦੇ ਤੋਂ ਜ਼ਿਆਦਾ ਜਾਂ 10 ਆ ਗਏ ਸਾਰੀਆਂ ਜੇਲ੍ਹਾਂ 'ਚੋਂ ਇੱਦਾਂ ਕਰਕੇ 38,000 ਟੈਸਟ ਹੋਇਆ। ਉਹਦੇ 'ਚੋਂ ਸਿਰਫ 2,000 ਜਿਹੜਾ ਪੋਜ਼ਿਟਿਵ ਨਿਕਲਿਆ ਔਰ ਉਹਦੇ 'ਤੇ ਵੀ ਅਸੀਂ ਜਲਦੀ ਕੰਟਰੋਲ ਕਰ ਲਿਆ। 13 ਜੇਲ੍ਹਾਂ ਦੇ ਵਿੱਚ ਸਾਡੇ ਹਾਈ ਸਿਕਿਉਰਿਟੀ ਜ਼ੋਨ ਨੇ ਜਿਨ੍ਹਾਂ ਦੇ ਵਿੱਚ ਗੈਂਗਸਟਰ ਬੰਦ ਕੀਤੇ ਨੇ ਜਾਂ ਹੋਰ ਵੱਖ-ਵੱਖ ਜਿਹੜੇ ਕ੍ਰਿਮੀਨਲ ਬੰਦੇ ਜਿਹੜੇ ਨੰਬਰ 1 ਕੈਟਾਗਰੀ ਦੇ ਉਹ ਉਹਨਾਂ 'ਚ ਬੰਦ ਕੀਤੇ ਨੇ। ਪਿਛਲੇ 4 ਸਾਲਾਂ ਦੇ ਵਿੱਚ ਅਸੀਂ 735 ਵਾਰਡਰ ਤੇ 87 ਮੈਟਰਨ ਜਿਹੜੀਆਂ ਲੇਡੀ ਨੇ ਉਹ ਭਰਤੀ ਕੀਤੀਆਂ ਨੇ। 2017 ਚ 525 ਵਾਰਡਰ ਕੀਤੇ ਸੀ, ਮੈਂ ਤੁਹਾਨੂੰ ਦੱਸਦਾ 32 ਜਿਹੜੇ ਮੈਟਰਨ ਭਰਤੀ ਕੀਤੇ ਨੇ। 18 ਚ ਅਸੀਂ ਕੀਤੇ ਸੀ 200। 15 ਸਾਲਾਂ 'ਚ ਪਹਿਲੀ ਵਾਰ ਹੀ ਭਰਤੀ ਹੋਈ ਹੈ। 15 ਸਾਲ ਬਾਅਦ ਜੇਲ੍ਹ ਡਿਪਾਰਟਮੈਂਟ ਜੇਲ੍ਹਾਂ ਬਹੁਤ ਵੱਡੀਆਂ ਬਣ ਗਈਆਂ। ਜਿਹੜੀ ਜੇਲ੍ਹ ਮੇਰੇ ਖਿਆਲ ਥੋੜ੍ਹੇ ਏਰੀਏ ਸੀਗੀ, ਹੁਣ ਜਿਵੇਂ ਨਵੀਂ ਜੇਲ੍ਹ ਗੋਇੰਦਵਾਲ ਸਾਹਿਬ ਅਸੀਂ ਵਿਜ਼ਿਟ ਕਰਕੇ ਆਏ ਹਾਂ, ਉਹਦੇ 'ਚ ਕਈ ਬਹੁਤ ਚੀਜ਼ਾਂ ਜਿਹੜੀਆਂ ਨੇ ਕਿ ਜੇ ਬਾਹਰਲੀਆਂ ਸਟੇਟਾਂ 'ਚ ਜਾਂ ਕੈਦੀਆਂ ਦੇ ਹਿਸਾਬ ਨਾਲ ਜਾਂ ਸਿਕਿਉਰਿਟੀ ਦੇ ਹਿਸਾਬ ਨਾਲ ਵੇਖਿਆ ਜਾਏ ਤੇ ਉਹਦੇ 'ਚ ਹੈ ਨਹੀਂ ਗੀਆਂ ਕਿ ਜਿਸ ਪਿਛਲੀ ਗੌਰਮੈਂਟ ਨੇ ਪਤਾ ਨਹੀਂ ਜ਼ਿਆਦਾ ਪਿਆਰ ਸੀਗਾ ਜਿਹੜੇ ਕ੍ਰਿਮੀਨਲਸ ਨੇ, ਜਿੱਥੇ ਫੈਕਟਰੀ ਆਉਣੀ ਚਾਹੀਦੀ ਆ ਉੱਥੇ ਬੈਰਕਾਂ ਬਣ ਗਈਆਂ, ਜਿੱਥੇ ਬੈਰਕਾਂ ਬਣਨੀਆਂ ਸੀ ਉੱਥੇ ਫੈਕਟਰੀ ਬਣਾ ਦਿੱਤੀ ਗਈ। ਹੁਣ ਜਿਹੜੀ ਆਊਟਰ ਬਾਉਂਡਰੀ ਦੇ ਨਾਲ ਜੇ ਅਸੀਂ ਬੈਰਕਾਂ ਬਣਾ ਦਈਏ ਉਹ ਮੇਰਾ ਨਹੀਂ ਖਿਆਲ ਕਿ ਉਹ ਕੋਈ ਵਧੀਆ ਚੀਜ਼ ਹੈ। ਹਮੇਸ਼ਾ ਜੇਲ੍ਹ ਇਨਸਾਈਡ ਹੋਣੀ ਚਾਹੀਦੀ ਆ, ਜਿਹੜੇ ਕੰਮ ਕਰਨ ਵਾਲੇ ਆਊਟਸਾਈਡ ਹੋਣੇ ਚਾਹੀਦੇ ਨੇ। ਉਹਦੇ 'ਚ ਉਹਨਾਂ ਨੂੰ ਉਹਦੇ ਦੇਖ ਕੇ ਚੇਂਜਿਸ ਕਰਨ ਲੱਗੇ ਆ। ਦੂਸਰੀ ਚੀਜ਼ ਜਿਹੜੀ ਮੈਂ ਉੱਥੇ ਹੈਦਰਾਬਾਦ ਜ਼ਿਲ੍ਹਾ 'ਚ ਤੇਲੰਗਾਨਾ ਜ਼ਿਲ੍ਹਾ 'ਚ ਦੇਖ ਕੇ ਆਇਆ, ਮੇਰਾ ਮੋਬਾਈਲ ਹੈ ਨਹੀਂ, ਮੈਂ ਤੁਹਾਨੂੰ ਦਿਖਾਉਣਾ ਸੀ। ਉਹਨੂੰ ਜੇਲ੍ਹ ਨਹੀਂ ਕਹਿ ਸਕਦੇ, ਉਹ ਜਿੱਦਾਂ ਦੇ ਫਿਲਮ ਸਟੂਡੀਓ ਨਹੀਂ ਹੁੰਦੇ ਬਣੇ ਪਲਾਂਟੇਸ਼ਨ, ਉਹਨਾਂ ਦੀ ਜਿਹੜੀ ਐਂਟਰੈਂਸ ਆ ਉਹੋ ਹੀ ਇਹੋ ਜਿਹੀ ਕਿ ਜਿਵੇਂ ਯੂਨੀਵਰਸਿਟੀ ਦੇ ਵਿੱਚ ਐਂਟਰ ਕਰ ਲੱਗੇ। ਅਤੇ ਮੇਰਾ ਇਹ ਨਹੀਂ ਖਿਆਲ ਕਿ ਜਿਹੜਾ ਉੱਥੇ ਜਾਏਗਾ ਜਿੱਦਾਂ ਦੀ ਇਹਨਾਂ ਦੀ ਉੱਥੇ ਮੈਂ ਦੇਖ ਕੇ ਆਇਆ ਕਿ ਅੰਦਰ ਲੈਂਡਸਕੇਪਿੰਗ ਜੇ ਉਹ ਜਿਹੜੀ ਅਸੀਂ ਇੱਥੇ 5-7 ਦਿਨ ਹੋਇਆ ਜਾ ਕੇ ਆਇਆ ਮੈਂ ਗੋਇੰਦਵਾਲ ਸਾਹਿਬ, ਨਾਲ ਐਗਰੀਕਲਚਰ ਯੂਨੀਵਰਸਿਟੀ 'ਚੋਂ ਮੈਂ ਲੈਂਡਸਕੇਪਿੰਗ ਕਰਨ ਵਾਲਾ ਵੀ ਲੈ ਕੇ ਗਿਆ ਔਰ ਉਹਦੀ ਸਾਨੂੰ ਮੇਰੇ ਕੋਲ ਤੁਹਾਨੂੰ ਆ ਗਈ ਹੋਣੀ, ਮੈਨੂੰ ਕਹਿੰਦਾ ਸੀ ਮੈਂ 90% ਪ੍ਰਪੋਜ਼ਲ ਉਹਦੀ ਆ ਗਈ ਆ। ਅਸੀਂ ਉਹ ਵੀ ਜੇਲ੍ਹ ਜਿਹੜੀ ਆ ਕਿ ਇਹ ਨਹੀਂ ਰੱਖਣਾ, ਜੇਲ੍ਹ ਨੂੰ ਜੇਲ੍ਹ ਨਹੀਂ ਰੱਖਣਾ, ਇਹ ਵੀ ਕਿ ਜਿਹੜੇ ਅੰਦਰ ਬੈਠੇ ਨੇ ਉਹਨਾਂ ਦਾ ਮਾਈਂਡ ਸੈਟ ਜਿਹੜਾ ਉਹਨੂੰ ਚੇਂਜ ਵੀ ਕਰਨਾ। ਉਹਨਾਂ ਨੂੰ ਅਸੀਂ ਇਹ ਵੀ ਚਾਹੁੰਦੇ ਕਿ ਉਹ ਕ੍ਰਾਈਮ ਨਾ ਕਰਨ, ਉਹਨਾਂ 'ਚੋਂ ਬਾਹਰ ਨਿਕਲਣ। ਜਿਵੇਂ ਉੱਥੇ ਸਾਨੂੰ ਕਿਸੇ ਨੇ ਬੈਠੇ ਹੀ ਕਈ ਕਿ ਜਿੰਨੀਆਂ ਜੇਲ੍ਹਾਂ ਨੇ ਫੈਕਟਰੀਜ਼ ਜਿਹੜੀਆਂ ਨੇ, ਕਿਉਂਕਿ ਗੌਰਮੈਂਟ ਵੱਲੋਂ ਬਹੁਤ ਨਹੀਂ ਸਾਨੂੰ ਆਉਣਾ, ਅਸੀਂ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੂੰ ਕਹਿ ਕੇ ਸਾਡੇ ਨਾਲ ਪ੍ਰਾਈਵੇਟ ਪ੍ਰੋਜੈਕਟ 'ਚ ਆ ਜਾਓ ਕਿ ਤੁਸੀਂ ਆਪਣਾ ਮਸ਼ੀਨਰੀ ਅੰਦਰ ਫਿੱਟ ਕਰੋ, ਤੁਸੀਂ ਰॉ ਮਟੀਰੀਅਲ ਦਿਓ, ਸਾਡੇ ਨਾਲ ਤੁਸੀਂ ਉਹਨੂੰ ਪ੍ਰੋਫਿਟ ਬੇਸ 'ਤੇ ਸਾਡੇ ਨਾਲ ਉਹਨੂੰ ਕੀਤਾ ਜਾਵੇ। MOU ਸਾਈਨ ਜਿਹੜੇ ਅਸੀਂ ਬਹੁਤ ਜਲਦੀ ਸਟਾਰਟ ਕਰਨ ਲੱਗੇ। ਜਿਵੇਂ ਅੰਮ੍ਰਿਤਸਰ ਜੇਲ੍ਹ 'ਚ ਸਾਡੇ ਨਾਲ ਇੱਕ ਨੇ ਕੀਤਾ ਕਿ ਸਾਨੂੰ ਸਾਬਣ ਬਣਾਉਣ ਦਾ ਜਿਹੜਾ ਅੰਦਰ ਦੇ ਦਿੱਤਾ ਜਾਏ। ਇਹਨਾਂ ਦੀਆਂ ਜੇਲ੍ਹਾਂ 'ਚ ਉਹ ਆਪ ਸਾਬਣ ਬਣਾ ਰਹੇ ਨੇ, ਜਿਹੜੀ ਇਹਨਾਂ 600 ਕਰੋੜ ਦੀ ਟਰਨਓਵਰ ਦੱਸੀ ਉਹ ਗੌਰਮੈਂਟ ਦੀ ਆ। ਅਤੇ ਅਸੀਂ ਹੌਲੀ ਹੌਲੀ ਗ੍ਰੈਜੂਅਲੀ ਅਸੀਂ ਕਰ ਰਹੇ ਹਾਂ ਕਿ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਫੈਕਟਰੀ ਸਿਸਟਮ ਜਿਹੜਾ ਸਟਾਰਟ ਕਰਤਾ। ਮੈਨੂੰ ਬੜੀ ਵੱਡੀ ਉੱਥੇ ਜਾ ਕੇ ਜਦੋਂ ਬਾਹਰਲੇ ਸਟੇਟਾਂ ਜਾ ਕੇ ਅਸੀਂ ਉੱਥੇ ਜਾ ਕੇ ਰਿਅਲਾਈਜ਼ ਵੀ ਕੀਤਾ ਕਿ ਸਾਨੂੰ ਪ੍ਰੈਸ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਸੀ। ਬਿਲਕੁਲ ਇਹ ਅਸੀਂ ਹੁਣ ਤੁਹਾਡਾ 5-7 ਦਾ ਡੈਲੀਗੇਸ਼ਨ ਭੇਜਣ ਲੱਗੇ ਇਹਨਾਂ ਦੀ ਜੇਲ੍ਹਾਂ 'ਚ ਕਿ ਉੱਥੇ ਜਾ ਕੇ ਦੇਖ ਕੇ ਆਓ ਕਿ ਕਿਉਂਕਿ ਤੁਸੀਂ ਪਰਸੈਪਸ਼ਨ ਬਣਾਉਣੀ ਆ। ਹਾਂਜੀ ਪਹਿਲਾਂ ਆਪਣੀਆਂ ਦਿਖਾਓ। ਨਹੀਂ ਦੋਨੋਂ ਦੇਖਣ ਵਾਲੀਆਂ ਨੇ, ਬਿਲਕੁਲ ਇਹ ਦੋਨੋਂ ਦੇਖਣ ਵਾਲੀਆਂ ਨੇ ਔਰ ਬੜੀਆਂ ਚੇਂਜਿਸ ਕਰਨ ਵਾਲੀਆਂ ਨੇ। ਇਹਨਾਂ ਦੇ ਵਿੱਚ ਜਿਹੜੇ ਕੈਦੀ ਨੇ ਉਹ 100% ਜਿਹੜੇ ਨੇ ਉਹ ਕੰਮ ਕਰਦੇ ਨੇ, ਸਾਡੇ 100% ਵਿਹਲੇ ਬੈਠੇ ਨੇ। ਇਹਨਾਂ ਨੇ ਇੱਥੋਂ ਤੱਕ ਉਹਨਾਂ ਦੇ ਵਿੱਚ ਜਿਹੜੇ ਅਸੀਂ ਜੋ ਕਰਨ ਲੱਗੇ ਕਿ ਅੰਦਰ ਜਿਹੜਾ ਕੈਦੀ ਆ ਉਹ ਮਿਹਨਤ ਕਰੇਗਾ, ਉਹਦੇ ਪਰਿਵਾਰ ਨੂੰ ਬਾਹਰ ਬੈਠਿਆਂ ਨੂੰ ਅਸੀਂ 1 ਲੱਖ ਤੋਂ 2 ਲੱਖ ਤੱਕ ਲੋਨ ਵੀ ਦੇਵਾਂਗੇ ਤਾਂ ਕਿ ਉਹਦਾ ਪਰਿਵਾਰ ਬਾਹਰ
ਬੈਠਾ ਹੋਰ ਕੰਮ ਲਈ ਨਾ ਤੁਰੇ, ਉਹ ਆਪਣਾ ਕੰਮ ਚਲਾਵੇ, ਤੇ ਜਿਹੜਾ ਅੰਦਰ ਕੈਦੀ ਹੋਏਗਾ ਉਹਨੂੰ ਕੰਮ ਦੇਵਾਂਗੇ ਤੇ ਉਹਦੀ ਤਨਖਾਹ ਦੇ ਵਿੱਚੋਂ ਉਹ ਜਿਹੜਾ ਬਾਹਰ ਲੋਨ ਦਿੱਤਾ ਉਹ ਅਸੀਂ ਉਹਨੂੰ ਡਿਡਕਸ਼ਨ ਕਰ ਲਿਆ। ਦੂਸਰੀ ਚੀਜ਼ ਜਿਹੜੀ ਆ, ਹੁਣ ਆਪਾਂ ਨੂੰ ਮੇਰੇ ਖਿਆਲ 800 ਕਿੰਨੇ ਬੰਦਿਆਂ ਦੀ ਸਾਨੂੰ ਅਪਰੂਵਲ ਮਿਲ ਗਈ ਹੈ, ਪਰ 815 ਬੰਦੇ ਅਸੀਂ ਨਵੇਂ ਭਰਤੀ ਹੋਰ ਕਰਨ ਜਾ ਰਹੇ ਹਾਂ। ਜੇਲਾਂ ਵੱਡੀਆਂ ਆਰਡਰ ਸਰ 32 ਮੈਟਰਨ ਟੋਟਲ ਮਿਲਾ ਕੇ 960 ਬੰਦਿਆਂ ਦੀ ਅਸੀਂ ਨਵੀਂ ਭਰਤੀ ਕਰ ਰਹੇ ਹਾਂ। ਉਹਦੇ ਵਿੱਚ ਸਾਡੇ ਕੋਲ ਡਿਪਟੀ ਸੁਪਰਡੈਂਟ, ਅਸਿਸਟੈਂਟ ਸੁਪਰਡੈਂਟ ਜੇਲ੍ਹ, ਉਹਨਾਂ ਦੀ ਵੀ ਸਾਡੀ ਭਰਤੀ ਜਿਹੜੀ ਸਟਾਰਟ ਹੋ ਗਈ ਹੈ, ਉਹ ਵੀ ਜਲਦੀ ਅਸੀਂ ਕਰਨ ਜਾ ਰਹੇ ਹਾਂ। ਉਹਦੇ ਨਾਲ ਬਹੁਤ ਨਹੀਂ, ਸਾਨੂੰ 70% ਮੇਰਾ ਖਿਆਲ ਆਪਣੀ ਜੇਲ੍ਹ ਡਿਪਾਰਟਮੈਂਟ ਦੀ ਅਸੀਂ ਕਰ ਲਾਂਗੇ। 30% PAP ਆ, ਪੈਸਕੋ ਆ, ਹੋਮ ਗਾਰਡਸ ਨੇ, ਉਹ ਵੀ ਉਹਨਾਂ ਨੂੰ ਗਵਰਨਮੈਂਟ ਨੂੰ ਕਿਹਾ ਕਿ ਸਾਨੂੰ ਟੋਟਲ ਜਿਹੜੇ 100% ਜੇਲ੍ਹ ਡਿਪਾਰਟਮੈਂਟ ਦੇ ਹੀ ਅੰਦਰ ਇੰਪਲਾਈਜ਼ ਹੋਣੇ ਚਾਹੀਦੇ ਨੇ। ਜਿਵੇਂ ਇਹਨਾਂ ਨੇ ਦੱਸਿਆ ਕਿ ਜਿਵੇਂ ਪੈਟਰੋਲ ਪੰਪ ਜੋ ਸਭ ਤੋਂ ਵੱਧ ਇਨਕਮ ਇਹਨਾਂ ਨੇ ਕੀਤੀ ਆ, ਸਾਡਾ MD ਸਾਹਿਬ ਨਾਲ ਉੱਧਰ ਵੀ ਨੇ, ਲੋਕਲ ਬਾਡੀਜ਼ ਵਿੱਚ ਵੀ, ਤੇ ਇਹਨਾਂ ਨੂੰ ਸਾਡੀਆਂ ਫਾਈਲਾਂ ਚਲੀ ਗਈਆਂ ਨੇ। ਪਟਿਆਲਾ ਜੇਲ੍ਹ ਦੀ ਪਹਿਲੀ ਜਿਹੜੀ ਸਾਡੀ ਪੈਟਰੋਲ ਪੰਪ ਦਾ, ਉੱਥੇ ਪਤਾਪੁਰ ਜਿਹੜੀ ਅੰਮ੍ਰਿਤਸਰ ਵਾਲੀ, ਤਕਰੀਬਨ 8 ਜਾਂ 12 ਜੇਲ੍ਹਾਂ ਦੇ ਵਿੱਚ ਅਸੀਂ ਪੈਟਰੋਲ ਪੰਪ ਜਿਹੜੇ ਲਾਉਣ ਲਈ ਜਾ ਰਹੇ ਹਾਂ। ਆਊਟਰ ਨੇ ਜਿਹੜੇ ਗੁੱਡ ਕੰਡਕਟ ਵਾਲੇ ਕੈਦੀ ਨੇ ਉਹਨਾਂ ਕੋਲ ਵੀ ਕਰਾਵਾਂਗੇ, ਤੇ ਜਿਹੜੇ ਕੈਦ ਕੱਟ ਕੇ ਚਲੇ ਗਏ ਨੇ ਉਹਨਾਂ ਦਾ, ਮੈਂ ਹੈਦਰਾਬਾਦ ਦੇ ਵਿੱਚ ਇੱਕ ਇਹਨਾਂ ਦਾ ਪੈਟਰੋਲ ਪੰਪ ਸੀ, ਉੱਥੇ 100% ਜਿਹੜੀਆਂ ਕੈਦ ਕੱਟ ਕੇ ਲੇਡੀਜ਼ ਚਲੀਆਂ ਗਈਆਂ ਉਹ ਚਲਾ ਰਹੀਆਂ ਨੇ, ਔਰ ਬੜਾ ਸਕਸੈਸਫੁਲ। ਮੈਕਸਿਮਮ ਉਹਦੀ ਮੇਰੇ ਖਿਆਲ ਸੇਲ ਜਿਹੜੀ ਆ, ਹਾਈਐਸਟ ਸੇਲ ਜਿਹੜੀ ਆ ਹੈਦਰਾਬਾਦ ਸ਼ਹਿਰ ਦੀ, ਉਹ ਉਹਨਾਂ ਦੀ ਆ। ਉਹਦੇ 'ਚ ਵੀ ਦੇਖਾਂਗੇ ਕਿ ਜਿਹੜੇ ਗੁੱਡ ਕੰਡਕਟ ਵਾਲੇ ਨੇ ਉਹਨਾਂ ਨੂੰ ਵੀ ਦੇਵਾਂਗੇ ਕੰਮ ਡੇ ਟਾਈਮ 'ਤੇ, ਤੇ ਜਿਹੜੇ ਬਾਕੀ ਹੋਣਗੇ ਉਹ ਜਿਹੜੇ ਕੈਦੀ ਸਾਡੇ ਕੈਦ ਕੱਟ ਕੇ ਪ੍ਰਿਜ਼ਨਰ ਜਿਹੜੇ ਰਿਲੀਜ਼ ਹੋ ਗਏ ਨੇ ਉਹਨਾਂ ਨੂੰ ਉੱਥੇ ਇੰਪਲੋਇਮੈਂਟ ਦਿੱਤੀ ਜਾਏਗੀ। ਇਹਦੇ 'ਚ 9 ਜੇਲ੍ਹਾਂ 'ਚ ਵੇਟਿੰਗ ਹਾਲ, ਪਹਿਲਾਂ ਵੇਟਿੰਗ ਹਾਲ ਹੀ ਹੈ ਨਹੀਂ ਸੀਗੇ ਕਿ ਜਿਹੜੇ ਮਿਲਣ ਆਉਂਦੇ ਸੀ ਉਹਨਾਂ ਦੇ, ਉਹ ਬਾਹਰ ਕੋਈ ਦਰਖਤ ਥੱਲੇ ਖੜਾ, ਕੋਈ ਕਿਤੇ ਖੜਾ, ਉਹ ਉਹਨਾਂ ਲਈ ਵਧੀਆ ਤਰੀਕੇ ਦੇ ਅਸੀਂ ਪੱਖੇ ਪੁੱਖੇ ਲਾ ਕੇ, ਕਈਆਂ 'ਚ ਤੇ AC ਵੀ ਲਾ ਦਿੱਤੇ ਨੇ ਕਿ ਜਿਹੜੇ ਆਉਂਦੇ ਨੇ ਉਹਨਾਂ ਨੂੰ ਮਿਲਣਾ ਕਰ ਦਿੱਤਾ। ਪ੍ਰਿਜ਼ਨਿੰਗ ਜਿਹੜੀ ਆ ਅਸੀਂ ਲਾਗੂ ਕਰ ਦਿੱਤੀ ਹੈ। ਜਿਹੜੀ ਸਲਾਹ ਕਰਤੇ ਅਸੀਂ 2 ਲਾਇਕ ਦਿੱਤੇ ਨੇ। ਜੇਲ੍ਹਾਂ ਦਾ ਵਿਕਾਸ ਬੋਰਡ ਸਾਡਾ ਬਣ ਗਿਆ, ਜਿਹੜਾ ਜੇਲ੍ਹ ਮੈਨੂਅਲ ਉਹ ਵੀ ਲਾਗੂ ਕਰ ਲਿਆ। ਨਵਾਂ ਜਿਹੜਾ ਡਰਾਫਟ ਕਰ ਰਹੇ ਹਾਂ ਉਹਦੇ 2016 ਦੇ ਉਹਦੇ ਮੁਤਾਬਕ। 10 ਡਿਪਟੀ ਸੁਪਰਡੈਂਟ ਜੇਲ੍ਹ ਜਿਹੜੇ ਨਵੇਂ ਭਰਤੀ ਕਰਨੇ ਆ ਉਹ PPSC ਨੂੰ ਦੇ ਦਿੱਤਾ। ਸਹਾਇਕ ਸੁਪਰਡੈਂਟ ਜੇਲ੍ਹ ਜਿਹਨੂੰ ਅਸਿਸਟੈਂਟ ਸੁਪਰਡੈਂਟ ਜੇਲ੍ਹ ਕਹਿੰਦੇ ਆ, 46 ਨੇ, ਉਹ SS ਬੋਰਡ ਕਰੇਗਾ। 815 ਤੇ 32 ਮੈਟਰਸ ਉਹ, ਤੇ ਕਲੈਰੀਕਲ ਤੇ ਟੈਕਨੀਕਲ ਸਟਾਫ ਜਿਹੜਾ ਉਹਨਾਂ ਕੀਤਾ। ਜਿਹੜੀ ਇੱਕ ਸਭ ਤੋਂ ਵੱਡੀ ਹੁੰਦੀ ਕਿ ਕੈਦੀ ਦੌੜ ਜਾਂਦੇ ਨੇ ਹਸਪੀਟਲ 'ਚੋਂ, ਅਸੀਂ 2 ਜੇਲ੍ਹਾਂ ਦੇ ਵਿੱਚ ਆਪਣੇ ਹਸਪੀਟਲ ਜਿਹੜੇ ਉਹ ਤਿਆਰ ਕਰ ਰਹੇ ਹਾਂ। ਉੱਥੇ ਪੂਰੀ ਫੈਸਿਲਿਟੀ, ਉੱਥੇ ਸਾਰਾ ਕੁਝ ਜੋ ਵੀ ਹੈਗੀ ਆ, ਔਰ ਹਰ ਜੇਲ੍ਹ ਦੇ ਵਿੱਚ ਅਸੀਂ ਉਹਨਾਂ ਦੀ ਟੈਸਟਿੰਗ ਜਿਹੜੀ ਆ, ਮੇਰੇ ਖਿਆਲ 56 ਕਿ ਕਿੰਨੇ ਉਹਨਾਂ ਦੇ ਟੈਸਟ ਹੁੰਦੇ ਆ ਜੀ, 56 ਟੈਸਟ ਜਿਹੜੇ ਨੇ ਉਹ ਅਸੀਂ ਜਿਸ ਵੇਲੇ ਜੇਲ੍ਹ 'ਚ ਆਏਗਾ ਪੂਰੇ ਟੋਟਲ ਟੈਸਟ ਜਿਹੜੇ ਉਹ ਕੀਤੇ ਜਾਣਗੇ। ਲੈਬੋਰਟਰੀ ਉੱਥੇ ਹੋਏਗੀ, ਉਹਦੇ 'ਚ ਸਾਰੀਆਂ ਜੇਲ੍ਹਾਂ, ਟੋਟਲ ਜੇਲ੍ਹਾਂ ਦੇ ਵਿੱਚ ਫਰੀਦਕੋਟ ਔਰ ਅੰਮ੍ਰਿਤਸਰ, ਗੋਇੰਦਵਾਲ ਸਾਹਿਬ। ਹਾਂ, ਇੰਫਰਾਸਟ੍ਰਕਚਰ ਇਹ ਦੋਨਾਂ ਦਾ ਠੀਕ ਹੈ। ਇਹਦੇ 'ਚ ਸਟਾਫ ਸਾਡੇ, ਪਹਿਲੀ ਗੱਲ ਕਿ ਸਾਡੇ ਸਟਾਫ ਕੋਲ ਗੱਡੀਆਂ ਹੀ ਨਹੀਂ ਸੀ। ਉਹ ਸਾਨੂੰ 20 ਸਾਲਾਂ ਤੋਂ ਬਿਨਾਂ ਗੱਡੀਆਂ ਤੋਂ ਸੁਪਰਡੈਂਟ ਜੇਲ੍ਹ ਸੀ, ਉਹ ਸਾਨੂੰ ਅਪਰੂਵਲ ਮਿਲ ਗਈ। ਉਹਨਾਂ ਨੂੰ ਗੱਡੀਆਂ ਮੇਰੇ ਖਿਆਲ ਖਰੀਦ ਰਹੇ, ਬਸ ਖਰੀਦ ਰਹੇ ਹਾਂ, ਬਜਟ 'ਚ ਆ ਗਿਆ ਸਾਡਾ। ਤੇ ਇਹਨਾਂ ਨੂੰ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ, ਮਹਿਲਾ ਜੇਲ੍ਹ ਬਠਿੰਡਾ ਦਾ ਰੈਨੋਵੇਸ਼ਨ ਜਿਹੜੀ ਉਹ ਚੱਲ ਰਹੀ ਹੈ। ਜਿਹੜੀ ਗੋਇੰਦਵਾਲ ਸਾਹਿਬ ਹੈ ਮੇਰੇ ਖਿਆਲ ਨੈਕਸਟ ਨਹੀਂ ਮਾਰਚ ਦੀ ਫਸਟ ਵੀਕ 'ਚ ਸਾਨੂੰ ਉਹ ਹੈਂਡਓਵਰ ਕਰ ਦੇਣਗੇ। ਉਹਦੇ 'ਚ ਸਾਡੀ 3000 ਦੀ 2700 ਦੀ ਕਪੈਸਿਟੀ ਹੈ। ਇਹ ਵੈਸੇ ਤਾਂ ਮੇਰੇ ਹਿਸਾਬ ਨਾਲ ਜਿਹੜੀ ਜੇਲ੍ਹ ਹੋਣੀ ਚਾਹੀਦੀ, ਏਡੀ ਵੱਡੀ ਜੇਲ੍ਹ ਨਹੀਂ ਹੋਣੀ ਚਾਹੀਦੀ। ਜੇਲ੍ਹ ਕੋਈ 1000-1200 ਤੱਕ ਹੋਣੀ ਚਾਹੀਦੀ, ਜਿਹਨੂੰ ਕੰਟਰੋਲ ਕੀਤਾ ਜਾ ਸਕਦਾ। ਇਹ
ਜੇਲ੍ਹ 12 ਜੇਲ੍ਹਾਂ 'ਚ ਪੈਟਰੋਲ ਪੰਪ ਮੈਂ ਤੁਹਾਨੂੰ ਦੱਸ ਇਹ ਸਾਡੇ ਅੱਗੇ ਤੇ ਸਭ ਤੋਂ ਵੱਡਾ ਜਿਹੜਾ ਇਹ ਆ एक मैं अगर सर दी इजाजत होगी ਹਾਂਜੀ सर एक वीडियो कॉन्फ्रेंसिंग वाला प्रोजेक्ट सीगा ਹਾਂ ਇਹ ਇੱਕ ਨਵਾਂ ਕਦਮ ਜਿਹੜਾ ਕਿ ਪੰਜਾਬ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਪਾਇਲਟ ਪ੍ਰੋਜੈਕਟ ਦਿੱਤਾ ਹੈ ਗਮ ਇਟ ਇਜ਼ ਕਾਲਡ ਟ੍ਰਾਇਲ ਬਾਈ ਵੀਡੀਓ ਕਾਨਫਰੰਸ ਇੱਕ 2016-17 ਚ ਅੱਜ ਦੇ ਜਿਹੜੇ ਡਾਇਰੈਕਟਰ ਆਈਐਮ ਰੋਹਤਕ ਹੈਗੇ ਨੇ ਪ੍ਰੋਫੈਸਰ ਧੀਰਜ ਸ਼ਰਮਾ ਉਹਨਾਂ ਨੇ ਇੱਕ ਸਟੱਡੀ ਕੀਤੀ ਸੀ ਪੰਜਾਬ 'ਚ ਜੇਲ ਮਾਡਰਨਾਈਜੇਸ਼ਨ 'ਚ ਉਹਦੇ ਵਿੱਚ ਇੱਕ ਚੈਪਟਰ 'ਚ ਉਹਨਾਂ ਨੇ ਕੈਲਕੂਲੇਟ ਕੀਤਾ ਸੀ ਕਿ ਰੋਜ਼ ਕੈਦੀਆਂ ਨੂੰ ਜੇਲ੍ਹ ਤੋਂ ਕੋਰਟ ਦੇ ਵਿੱਚ ਪੇਸ਼ ਕਰਨ ਦੇ ਵਿੱਚ ਸਰਕਾਰ ਦਾ ਕਾਸਟ ਟੂ ਗਵਰਨਮੈਂਟ ਅਗਰ ਸਾਰਾ ਕੁਝ ਗੱਡੀ ਗੁੱਡੀ ਬੰਦੇ ਸਾਰਾ ਤਨਖਾਹ ਲਗਾ ਲਈਏ ਤੇ 45 ਲੱਖ ਰੁਪਇਆ ਰੋਜ਼ ਦਾ ਖਰਚਾ ਹੈ ਸਰਕਾਰ ਨੂੰ ਜਸਟ ਪੇਸ਼ੀ ਲਈ ਔਰ ਉਹਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਬੰਦੇ ਦੌੜ ਜਾਂਦੇ ਨੇ ਉਹ ਵੀ ਹੈਗਾ ਕਈ ਹੋਰ ਕੁਰੀਤੀਆਂ ਹੈਗੀਆਂ ਉੱਥੇ ਬਖਸ਼ੀ ਖਾਨੇ 'ਚ ਜਾ ਕੇ ਕਾਫੀ ਕੁਝ ਹੁੰਦਾ ਹੈ ਇੱਕ ਪੂਰਾ ਨੈਟਵਰਕ ਇੱਕ ਟਾਊਟਸ ਦਾ ਪੂਰਾ ਸਿਸਟਮ ਚੱਲਦਾ ਹੈ ਸੋ ਇਹਨੂੰ ਤੋੜਨ ਲਈ ਕਿ what is the option? The option is ਕਿ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਟ੍ਰਾਇਲ ਹੋ ਜਾਵੇ ਇਹਦੇ ਲਈ ਕੋਰਟ ਐਂਡ 'ਚ ਵੀ ਵੀਡੀਓ ਕਾਨਫਰੰਸਿੰਗ ਸਿਸਟਮ ਚਾਹੀਦਾ ਜੇਲ ਐਂਡ 'ਚ ਵੀ ਵੀਡੀਓ ਕਾਨਫਰੰਸਿੰਗ ਚਾਹੀਦਾ ਕੋਰਟ ਐਂਡ 'ਚ ਓਵਰ ਦਾ ਪੀਰੀਅਡ ਲੱਗ ਗਿਆ ਹੈ ਹਰ ਕੋਰਟ 'ਚ ਤੁਸੀਂ ਜਾਓਗੇ ਤਾਂ ਸੌਫਟ ਵੀਡੀਓ ਸਿਸਟਮ ਲੱਗ ਗਿਆ ਜੇਲਾਂ ਦੇ ਵਿੱਚ ਇੱਕ ਜਾਂ ਦੋ ਸਿਸਟਮ ਹੁੰਦਾ ਸੀ ਹੁਣ ਲੁਧਿਆਣਾ ਜੇਲ੍ਹ 'ਚ 3200 ਬੰਦੇ ਹੁੰਦੇ ਨੇ 3500 ਹੁੰਦੇ ਨੇ ਨਾਰਮਲ ਕੋਰਟ 'ਚ ਅੰਮ੍ਰਿਤਸਰ ਦੀ ਕੈਪੈਸਿਟੀ 2200 ਹੈ ਲੇਕਿਨ ਉੱਥੇ ਵੀ 3500 ਬੰਦੇ ਹੁੰਦੇ ਨੇ ਸੋ ਆਪਾਂ 2 ਵੀਡੀਓ 3 ਵੀਡੀਓ ਕਾਨਫਰੰਸਿੰਗ ਸਿਸਟਮ ਨਾਲ ਚਲਾ ਨਹੀਂ ਸਕਦੇ ਸੀ ਸੋ ਗਵਰਨਮੈਂਟ ਆਫ ਇੰਡੀਆ ਨੇ ਨੂੰ ਸਰ ਜਾ ਕੇ ਮਿਲ ਕੇ ਆਏ ਹੋਮ ਮਿਨਿਸਟਰ ਨੂੰ ਸੀਐਮ ਸਾਹਿਬ ਦੀ ਵੀ ਮੀਟਿੰਗ ਹੋਈ ਹੈ ਸੀਐਮ ਸਾਹਿਬ ਦੇ ਰਿਕੁਐਸਟ 'ਤੇ ਗਵਰਨਮੈਂਟ ਆਫ ਇੰਡੀਆ ਨੇ ਇੱਕ ਪਾਇਲਟ ਪ੍ਰੋਜੈਕਟ ਪੰਜਾਬ ਨੂੰ ਦਿੱਤਾ ਹੈ ਜਿਹਦੇ ਵਿੱਚ ਸਾਨੂੰ 4 ਕਰੋੜ 15 ਲੱਖ ਰੁਪਏ ਆਇਆ ਹੈ ਬਹੁਤ ਵੱਡਾ ਸਮ ਨਹੀਂ ਹੈ ਲੇਕਿਨ ਇਹਦੇ ਨਾਲ ਆਪਾਂ 105 ਵੀਡੀਓ ਕਾਨਫਰੰਸਿੰਗ ਸਟੂਡੀਓਜ਼ ਛੋਟਾ 8 ਫੀਟ ਬਾਈ 8 ਫੀਟ ਉਸ ਤੋਂ ਜ਼ਿਆਦਾ ਚਾਹੀਦਾ ਨਹੀਂ ਵਿਦ ਇਕਵਿਪਮੈਂਟ ਆਪਾਂ ਸਾਰੇ ਜ਼ਿਲ੍ਹਿਆਂ 'ਚ ਬਣਾ ਰਹੇ ਹਾਂ ਵੱਡੇ ਜ਼ਿਲ੍ਹਿਆਂ 'ਚ ਕਿਤੇ 14 ਹੈ ਕਿਤੇ 16 ਹੈ ਆਪਾਂ ਕੈਲਕੂਲੇਟ ਇੱਕ ਸਕੇਲ ਬਣਾਇਆ ਹੈ ਕਿ ਇੰਨੇ ਕੇਸਿਸ ਅਗਰ ਇੰਨੇ ਕੈਦੀ ਹੈਗੇ ਨੇ ਅੰਡਰ ਟ੍ਰਾਇਲ ਉਹਦੇ ਲਈ ਸਾਨੂੰ ਇੰਨਾ ਸਿਸਟਮ ਇੱਕ ਸਕੇਲ ਬਣਾ ਕੇ ਆਪਾਂ ਇੱਕ ਬਣਾਇਆ ਹੈਗਾ ਔਰ ਉਹਦੇ ਵਿੱਚ ਇਹ ਜਿਹੜਾ ਸਟਰਕਚਰ ਹੈ ਉਹਦੇ ਲਈ ਪੀਪੀਐਸਸੀ ਨੂੰ ਦੇ ਦਿੱਤਾ ਗਿਆ ਹੈ ਇੱਕ ਪੰਜਾਬ ਯੂਨੀਵਰਸਿਟੀ ਪੈਕ ਔਰ ਆਈਆਈਟੀ ਰੋਪੜ ਦੇ ਨਾਲ ਇੱਕ ਕਮੇਟੀ ਬਣਾ ਕੇ ਆਪਾਂ ਉਹਦਾ ਵੀਡੀਓ ਕਾਨਫਰੰਸਿੰਗ ਸਿਸਟਮ ਦਾ ਸਪੈਸੀਫਿਕੇਸ਼ਨਸ ਬਣਾ ਲਿਆ ਹੈ ਉਹਦਾ ਟੈਂਡਰ ਹੋਣ ਵਾਲਾ ਹੈਗਾ ਤਾਂ ਕਿ ਇਹ ਵੀਡੀਓ ਕਾਨਫਰੰਸਿੰਗ ਸਿਸਟਮਸ ਜੇਲ ਐਂਡ ਤੇ ਵੀ ਲੱਗ ਸਕੇ ਔਰ ਹਰ ਜੇਲ ਨੂੰ ਮਿਨੀਮਮ 16 Mbps ਦੀ ਕਨੈਕਟੀਵਿਟੀ ਦੇ ਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਟ੍ਰਾਇਲ ਅੱਗੇ ਤੋਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇ ਇਹਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਹੁਤ ਇਹਦੇ ਵਿੱਚ ਇਨੀਸ਼ੀਏਟਿਵ ਦਿਖਾਈ ਹੈ ਉਹਨਾਂ ਦਾ ਵੀ ਇਹਦੇ ਲਈ ਰੂਲਸ ਚਾਹੀਦਾ ਵੀਡੀਓ ਕਾਨਫਰੰਸਿੰਗ ਰੂਲਸ ਦੀ ਵੀ ਰਿਕੁਆਇਰਮੈਂਟ ਹੈ ਕਿਉਂਕਿ ਜੱਜ ਨੂੰ ਪਤਾ ਹੋਣਾ ਚਾਹੀਦਾ ਕਿ ਹਾਊ ਟੂ ਕੰਡਕਟ ਦੈਟ trial by video conferencing CRPC ਚ provision ਹੈ so ਉਹ rules also is in the final stages of getting approved ਜਦੋਂ ਵੀ full court ਬੈਠੇਗਾ ਤੇ ਉਹ approve ਹੋਗਾ drafting ਜਿੰਨਾ ਤੱਕ ਮੈਨੂੰ ਪਤਾ ਲੱਗਿਆ ਕਿ drafting ਹੋ ਚੁੱਕੀ ਹੈ but the exact details I don't know because that is happening on the high court end but this is the so this एक नवा उपराला है hopefully in the first half of next year we should be able to implement it ਸਰ ਕਿੰਨੇ ਪੈਸੇ ਬਚਣਗੇ ਸਾਲ ਦੇ ਸਾਡੇ 45 ਲੱਖ ਪਰ ਡੇ ਦੇਖ ਲਓ 45 ਲੱਖ ਰੁਪਏ ਇੱਕ ਦਿਨ ਦਾ ਤੇ ਬਾਕੀ ਆਪਾਂ 4.5 ਕਰੋੜ 4.5 ਕਰੋੜ ਖਰਚਾ ਕਰ ਰਹੇ ਹਾਂ ਲੇਕਿਨ ਇਹ ਤੇ ਔਨ ਗਰਾਊਂਡ ਐਕਸਪੈਂਡੀਚਰ ਹੈ ਇਹਨੂੰ ਚਲਾਨ ਲਈ ਸਾਨੂੰ ਜੇਲਾਂ 'ਚ ਵੀ ਬੰਦੇ ਲਗਾਣੇ ਪੈਣੇ ਤੇ ਕੋਰਟ ਐਂਡ ਉਹ ਵੀ ਲੇਕਿਨ ਤੁਸੀਂ ਦੇਖੋ ਲੁਧਿਆਣਾ ਜੇਲ੍ਹ ਲੈ ਲਓ 300 ਤੋਂ 400 ਅਫਸਰ ਪੁਲਿਸ ਵਾਲੇ ਰੋਜ਼ ਲੱਗਦੇ ਨੇ ਮੈਂ ਐਸ ਸੀਪੀ ਜਲੰਧਰ ਮੈਂ 300 ਬੰਦੇ ਭੇਜਦਾ ਰਿਹਾ ਪੇਸ਼ੀ ਲਈ ਰੋਜ਼ ਦਾ ਇੰਨੇ ਬੰਦੇ ਪੁਲਿਸ ਲਾਈਨ ਤੋਂ ਰੋਜ਼ ਨਿਕਲਦੇ ਸੀ ਤੇ ਦੂਜਾ ਐਂਡ ਲੈ ਲਓ ਕਿ ਮੈਂ 15 ਅਗਰ ਕਿਓਸਕ ਬਣਾ ਕੇ ਸਟੂਡੀਓ ਬਣਾ ਰਿਹਾ ਤੇ 15 ਬੰਦੇ ਲੱਗਣਗੇ ਜੇਲ੍ਹ 'ਚ ਸੋ ਕਿਤੇ 300 ਤੇ ਕਿਤੇ 15 ਉਹ ਹੈਗਾ ਉਹ ਬਜਟ ਹੈ ਉਸ ਤੋਂ ਬਾਅਦ ਗੱਡੀ ਉਸ ਤੋਂ ਬਾਅਦ ਕੋਰਟ 'ਚ ਡਿਲੇ ਹੋਇਆ ਕਦੇ ਗੱਡੀ ਆਉਣ 'ਚ ਲੇਟ ਹੋ ਗਈ ਤਦ ਤੱਕ ਗੋਲੀ ਲੱਗ ਗਈ ਕੋਰਟ 'ਚ ਅਗਲਾ ਡੇਟ ਪੈ ਗਿਆ ਉਹ ਸਾਰਾ ਮਤਲਬ ਇਹਦੀ ਕੈਸਕੇਡਿੰਗ ਇਫੈਕਟ ਬਹੁਤ ਸੀ ਜਿਹੜੀ ਪੇਸ਼ੀ ਦੇ ਵਿੱਚ ਔਰ ਕੀ ਹੋਇਆ ਓਵਰ ਅ ਪੀਰੀਅਡ ਜੇਲ੍ਹ ਜਿਹੜੇ ਹੈਗੇ ਕਿਉਂਕਿ ਸਾਈਜ਼ ਛੋਟੀ ਹੁੰਦੀ ਗਈ ਅਬ ਜਲੰਧਰ ਦਾ ਜੇਲ੍ਹ ਜਲੰਧਰ ਦੇ ਵਿਚਕਾਰ ਹੁੰਦਾ ਸੀ ਹੁਣ ਕਪੂਰਥਲੇ ਚਲਾ ਗਿਆ ਸੁਬਾਨਪੁਰ ਤੋਂ ਆ ਕੇ
ਹੁਣ ਉੱਥੋਂ ਲਾਉਣ 'ਚ 45 ਮਿੰਟ ਲੱਗਦਾ ਹੈ ਤੇ ਜਦੋਂ 10 ਵਜੇ ਕੋਰਟ ਸ਼ੁਰੂ ਹੋ ਗਿਆ ਕਈ ਵਾਰ ਬੰਦਾ ਹੀ ਉੱਥੇ 11 ਵਜੇ ਪਹੁੰਚਦਾ ਹੈ। ਸੋ ਆਲ ਦੋਸ ਹੈਜ਼ਲਸ ਆਈਟੀ ਨੂੰ ਲੈਵਰੇਜ ਕਰਕੇ ਟੈਕਨੋਲੋਜੀ ਨੂੰ ਲੈਵਰੇਜ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਸਟੇਟਾਂ 'ਚ ਚੱਲ ਰਿਹਾ ਹੈ ਲਿਮਿਟਿਡ ਲੈਵਲ ਤੇ ਇਹਦੇ ਵਿੱਚ ਪਾਇਲਟ ਲੈਵਲ ਤੇ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਦਿੱਤਾ ਹੈ। ਸਿਮਿਲਰਲੀ ਇੱਕ ਬਾਡੀ ਵੌਰਨ ਕੈਮਰਾਜ਼ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ 6 ਸਟੇਟਾਂ ਔਰ ਯੂਟੀਜ਼ ਨੂੰ ਦਿੱਤਾ ਗਿਆ, ਉਹਦੇ ਵਿੱਚ ਵੀ ਪੰਜਾਬ ਨੂੰ ਪਾਇਨੀਅਰ ਮੰਨ ਕੇ ਸਾਨੂੰ ਦਿੱਤਾ ਗਿਆ ਹੈ ਕਰੋੜ ਸਵਾ ਕਰੋੜ ਰੁਪਏ, ਜਿੱਥੇ ਕਿ ਅਫਸਰਾਂ ਨੂੰ ਬਾਡੀ ਵੌਰਨ ਕੈਮਰਾਜ਼ ਆਪਾਂ ਦੇਵਾਂਗੇ ਜਿਹੜੇ ਆਪਣੇ ਮੁਲਾਜ਼ਮ ਹੈ ਜੇਲ੍ਹ ਮੁਲਾਜ਼ਮ ਵਾਈਲ ਔਨ ਡਿਊਟੀ ਦੇ ਵਿਲ ਬੀ ਵੇਅਰਿੰਗ ਬਾਡੀ ਵੌਰਨ ਕੈਮਰਾਜ਼। ਉਹਦੇ ਨਾਲ ਸਾਈਕੋਲੋਜੀਕਲ ਪ੍ਰੋਫਾਈਲਿੰਗ ਸਾਈਕੋਲੋਜੀਕਲ ਥੈਰੇਪੀ ਦੀ ਵੀ ਇੱਕ ਪ੍ਰੋਜੈਕਟ ਦੇ ਵਿੱਚ ਹੈ। ਲੇਕਿਨ ਲੌਂਗ ਐਂਡ ਸ਼ਾਰਟ ਆਫ ਇਟ ਇਜ਼ ਕਿ ਮਹਿਕਮੇ ਨੂੰ ਹੁਣ ਗਵਰਨਮੈਂਟ ਆਫ ਇੰਡੀਆ ਰਿਕਗਨਾਈਜ਼ ਕਰ ਰਹੀ ਹੈ ਕਿ ਮਹਿਕਮਾ ਕੁਝ ਕਰਨਾ ਚਾਹ ਰਿਹਾ ਹੈ। ਹੁਣ ਕਰ ਪਾਵਾਂਗੇ ਕਿ ਨਹੀਂ ਉਹ ਤੁਹਾਡੇ ਕੋਆਪਰੇਸ਼ਨ ਦੇ ਨਾਲ ਜਿਹੜਾ ਪੇਸ਼ੀ ਤੇ ਕੈਬਨਿਟ ਜਾਣਾ ਹੈ ਉਹਦੀ ਵੀ ਸਹਿਮਤੀ ਹੋਏਗੀ ਕਿ ਨਹੀਂ? ਕਿਉਂਕਿ ਉਹ ਸਪੋਜ਼ ਕਰੋ ਕਹੇਗਾ ਕਿ ਨਹੀਂ ਮੈਂ ਤਾਂ ਫਿਜ਼ੀਕਲੀ ਜਾਣਾ ਹੈ, ਨਹੀਂ ਤਾਂ ਉਹ ਤੇ ਕੋਰਟ ਦੀ ਆ ਡਿਸਾਈਡ, ਇਹ ਤੇ ਕੋਰਟ ਦਾ ਡਿਸੀਜਨ ਹੋਏਗਾ, ਉਹਦਾ ਤਾਂ ਚਲੇ ਆਲ ਦਿਸ ਦੇਖੋ ਸੀਆਰਪੀ ਇਹ ਵਾਲਾ ਉਹ ਰੂਲਸ ਜਿਹੜਾ ਆਏਗਾ ਨਾ ਇਹ ਪੁਆਇੰਟ ਰੂਲਸ ਤੇ ਕਲੀਅਰ ਹੋਏਗਾ, ਜੱਜ ਫੈਸਲਾ ਕਰੇਗਾ ਕਿਵੇਂ ਹੈਗਾ। ਇਹ ਸਾਡੇ ਮੇਰਾ ਕੰਮ ਹੈ ਕਿ ਇਨਫਰਾਸਟ੍ਰਕਚਰ ਬਣਾ ਦਿਓ ਔਰ ਬੰਦੇ ਨੂੰ ਲਾ ਕੇ ਕੈਮਰਾ ਦੇ ਸਾਹਮਣੇ ਖੜਾ ਕਰੋ। ਹੁਣ ਉਹਦਾ ਲੀਗਲ ਸਾਈਡ ਜਿਹੜਾ ਹੈ ਉਹ ਕੋਰਟ ਔਰ ਵਕੀਲ ਦੇ ਉੱਤੇ ਡਿਪੈਂਡ ਕਰਦਾ ਹੈ, ਠੀਕ ਹੈ। ਲੇਕਿਨ ਜਦੋਂ ਤੱਕ ਆਪਾਂ ਫੈਸਿਲਿਟੀ ਨਹੀਂ ਕ੍ਰੀਏਟ ਕਰਾਂਗੇ ਆਪਾਂ ਸ਼ੁਰੂ ਨਹੀਂ ਕਰ ਸਕਦੇ। ਬਾਕੀ ਸਟੇਟਸ ਵਿੱਚ ਕਈਆਂ ਚੱਲ ਰਿਹਾ ਜਿਨ੍ਹਾਂ ਦੇ ਵਿੱਚ ਵਿਦੇਸ਼ੀ ਕੈਦੀ ਕਿੰਨੇ ਕਹੇ ਜੀ? ਵਿਦੇਸ਼ੀ 178 ਮੰਤਰੀ ਸਾਹਿਬ ਕਿੰਨੇ ਫੀਮੇਲ ਜਿਹੜੇ ਕੈਦੀ ਹੈਗੇ ਨੇ ਉਹਨਾਂ ਦੇ ਬੱਚੇ ਵੀ ਨਾਲ ਰਹਿ ਰਹੇ ਨੇ ਪੰਜਾਬ ਦੇ ਵਿੱਚ, ਇਹ ਟੋਟਲ ਸੰਖਿਆ ਕਿੰਨੀ ਹੈਗੀ? 40 ਦੇ ਆਸ-ਪਾਸ 40। ਉਹਨਾਂ ਦੇ ਬੱਚਿਆਂ ਦੇ ਭਵਿੱਖ ਵਾਸਤੇ ਕੀ ਕੀਤਾ ਜਾ ਰਿਹਾ, ਉਹਨੂੰ ਕਿੱਥੇ ਪੜਾਇਆ ਜਾ ਰਿਹਾ? ਬਿਲਕੁਲ ਉਹਨਾਂ ਦੇ ਤੁਹਾਨੂੰ ਲੈ ਕੇ ਚੱਲਾਂਗੇ, ਜਿਹੜਾ ਤੁਸੀਂ ਕਿਹਾ ਉਹਨਾਂ ਦੇ ਬੱਚਿਆਂ ਨੂੰ ਬਿਲਕੁਲ ਐਜੂਕੇਸ਼ਨ ਅਸੀਂ ਦਵਾ ਰਹੇ ਹਾਂ। ਹੁਣ ਦੇਖੋ ਜੀ 6 ਸਾਲ ਬੱਚਾ ਜਦੋਂ ਤੱਕ 6 ਸਾਲ ਦਾ ਹੁੰਦਾ ਤਦ ਹੀ ਰਹਿੰਦਾ ਹੈ। ਆਫਟਰ 6 ਇਅਰ ਉਹ ਗਾਰਡੀਅਨ ਕੋਲ ਵਾਪਸ ਚਲਾ ਜਾਂਦਾ ਜਾਣਾ ਪੈਂਦਾ ਹੈ ਕਿਸੇ ਕੋਲ ਤੇ ਜਿਵੇਂ ਸਰ ਨੇ ਮੈਂਸ਼ਨ ਕੀਤਾ ਸਰਬਤ ਦਾ ਭਲਾ ਟਰਸਟ ਨੇ ਵੀ ਕਈ ਥਾਵਾਂ ਤੇ ਕ੍ਰੈਸ਼ ਖੋਲੇ ਹੋਏ ਨੇ, ਕ੍ਰੈਸ਼ ਟੀਚਰਸ ਵੀ ਹੈਗੇ, ਸਰਕਾਰ ਦੇ ਤੌਰ ਤੇ ਵੀ ਨਰਸਰੀ ਟੀਚਰਸ ਲੱਗੇ ਹੋਏ ਨੇ। ਸੋ ਇਹ ਬੱਚਿਆਂ ਲਈ ਜਿੱਥੇ ਜਿੱਥੇ ਉਹਦੇ ਮਾਵਾਂ ਹੈਗੀਆਂ ਉੱਥੇ ਹੀ ਰਹਿੰਦੇ ਨੇ ਤੇ ਕ੍ਰੈਸ਼ ਔਰ ਨਰਸਰੀ ਟੀਚਰ ਕਿ 4 ਕਪੂਰਥਲਾ ਜੇਲ੍ਹ 'ਚ 3-4 ਹੀ ਸੀਗੇ, 3-4 ਕਪੂਰਥਲਾ ਜੇਲ੍ਹ 'ਚ ਨਹੀਂ ਜਬਦਾ। ਸਰ ਅਜਿਹੇ ਕੈਦੀ ਹੈ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਜਾਂ ਉਹਨਾਂ ਨੇ ਭੁਗਤ ਲਈ, ਉਹ ਅਜੇ ਵੀ ਜੇਲ੍ਹਾਂ 'ਚ ਬੰਦ ਆ, ਉਹਨਾਂ ਦੀ ਬਹੁਤ ਮਿਨੀਮਮ ਕੋਈ ਹੋਣਗੇ, ਕੋਈ ਜਿਹੜੇ ਉਹਨਾਂ ਦੇ ਫੈਮਿਲੀ ਵਾਲੇ ਲੈਂਡ ਨਹੀਂ ਆਉਂਦੇ ਜਾਂ ਉਹਨਾਂ ਦੀ ਕੋਈ ਜ਼ਮਾਨਤ ਲਈ ਨਹੀਂ ਆਉਂਦਾ, ਉਹ ਹੋਣਗੇ। ਅਦਰਵਾਈਜ਼ ਤੇ ਸਾਡੇ ਕੋਲ ਇੱਕ ਚੀਜ਼ ਦੀ ਜ਼ਰੂਰ ਹੈਗੀ ਹੈ ਕਿ ਜਿਹੜੇ ਮੈਂਟਲੀ ਅਪਸੈਟ ਨੇ ਜਾਂ ਜਿਹੜੇ ਪਾਕਿਸਤਾਨ ਤੋਂ ਆਏ ਨੇ, ਉਹ ਉਹਨਾਂ ਦੀ ਸਾਡੇ ਕੋਲ ਹੈਗੀ ਹੈ ਕਿ ਉਹਨਾਂ ਨੂੰ ਨਾ ਤੇ ਇੱਥੋਂ ਹੀ ਕੋਈ ਲੈਣ ਆਉਂਦਾ ਤੇ ਨਾ ਹੀ ਪਾਕਿਸਤਾਨ ਵਾਲੇ ਉਹਨਾਂ ਨੂੰ ਕਰ ਰਹੇ ਨੇ ਕਿ ਇਹ ਸਾਡੇ ਪਾਕਿਸਤਾਨੀ ਨੇ। ਉਹਨਾਂ ਦੀ ਹੈ ਥੋੜੀ 50-60 ਹੋਣਗੇ, ਇਹਦੇ ਜ਼ਿਆਦਾ ਨਹੀਂ। ਨਹੀਂ ਆਪਣੇ ਇੰਡੀਆ ਦੇ ਵੀ ਨੇ, ਇੱਕ ਤੇ ਗੁਰਦਾਸਪੁਰ ਦੇ ਵਿੱਚ ਕਾਹਨੂੰ ਆਉਣ ਦਾ ਉਹਨੂੰ ਕੋਈ ਨਹੀਂ ਲੈਣ ਆ ਰਿਹਾ। ਐਕਸਪੈਰੀਮੈਂਟ ਬਿਲਕੁਲ ਠੀਕ ਰਿਹਾ ਹੈ। ਇਹਦੀ ਫੋਰਸ ਜਿਹੜੀ ਵੀ ਕੋਈ ਲਾਉਂਦੇ ਆ ਔਰ ਬੜੀ ਵਧੀਆ ਤਰੀਕੇ ਨਾਲ ਉਹ ਆਪਣਾ ਕੰਮ ਕਰ ਰਹੀ ਹੈ। ਅਸੀਂ ਜਿਹੜੇ 800 ਮੁੰਡਾ ਆਪਣਾ ਰੱਖਿਆ, ਮੈਂ ਆਪਣੇ ਪੰਜਾਬ ਦੇ ਜਵਾਨਾਂ ਨੂੰ ਪਹਿਲਾਂ ਪ੍ਰੈਫਰੈਂਸ ਦਊਂਗਾ ਕਿ ਇਹਨਾਂ ਮੁੰਡਿਆਂ ਨੂੰ ਰੱਖ ਕੇ ਇਹਨਾਂ ਕੋਲ ਵਧੀਆ ਕੰਮ ਲੈ ਜਾਣ। ਸਾਡੇ ਕੋਲ 4 ਕੰਪਨੀਆਂ ਨੇ, 4 ਕੰਪਨੀ ਬਟਾਲੀਅਨ ਤੇ ਵੱਡੀ ਹੁੰਦੀ ਹੈ ਕੰਪਨੀ। ਸਰ ਮੇਰਾ ਇੱਕ ਕੁਐਸਚਨ ਹੈ, ਇਸ 'ਚ ਉਹਨਾਂ ਦੀ ਡਿਮਾਂਡ ਰਹਿੰਦੀ ਹੈ ਵੀ ਜਿਹੜੀ ਗੈਲਰੀ ਆ ਜਾਂ ਜਿਹੜੇ ਕੈਦੀ ਜਾਂਦੇ ਆ ਤੇ ਆਉਂਦੇ ਆ ਉਹਨਾਂ ਦੀ ਚੈਕਿੰਗ ਦਾ ਜਿੰਮਾ ਸਾਡੇ ਜਿਵੇਂ ਦਿੱਤਾ ਜਾਣਾ ਚਾਹੀਦਾ। ਉਹ ਕਹਿੰਦੇ ਸਿਰਫ ਸਾਨੂੰ ਤਾਂ ਆਰਡਰ ਸਿਕਿਉਰਿਟੀ ਦਾ ਦਿੱਤਾ ਹੈ। ਉਹਨਾਂ ਕੋਲ ਡਿਊਟੀ ਉਹਨਾਂ ਕੋਲ ਹੈ ਜਿਹੜੇ ਜੇਲ੍ਹਾਂ 'ਚੋਂ ਹੈਗੇ ਨੇ। ਓਕੇ ਤੁਹਾਡਾ ਇਨਫੋਰਮੇਸ਼ਨ ਗਲਤ ਹੈ ਤੁਹਾਡੀ। ਹਾਂ ਕਈ ਵਾਰ ਇਨਸਾਈਟ ਵੀ ਕਰਨਾ ਹੁੰਦਾ। ਬਸ ਠੀਕ ਹੈ, ਚਲੋ ਥੈਂਕ ਯੂ। ਲੰਚ ਲਈ ਆਓ ਸਾਰੇ ਅੱਜ। ਆਈਸਕ੍ਰੀਮ ਵੀ ਆ ਗਈ ਹੈ ਜੀ, ਵੇਖ ਲਓ ਸਾਡਾ ਕਿੰਨਾ ਡਿਪਾਰਟਮੈਂਟ ਦੇਖਿਆ।